ਪਿਆਰੇ ਸਾਥੀਓ, ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਪੰਜਾਬ ਐਗਜ਼ਾਮ ਵਾਰੀਅਰ ਦੇ ਉੱਤੇ। ਦੋਸਤੋ, ਜਿਹੜਾ ਟੌਪਿਕ ਅੱਜ ਆਪਾਂ ਕਰਨ ਜਾ ਰਹੇ ਹਾਂ ਉਸ ਟੌਪਿਕ ਦਾ ਨਾਮ ਹੈ ਸਾਇਲੈਂਟ ਫੀਚਰਸ ਆਫ ਦਾ ਕੌਨਸਟੀਟਿਊਸ਼ਨ। ਕਿ ਜਿਹੜਾ ਸਾਡਾ ਭਾਰਤ ਦਾ ਸੰਵਿਧਾਨ ਹੈ ਇਹਦੀਆਂ ਵਿਸ਼ੇਸ਼ਤਾਵਾਂ ਕੀ ਨੇ। ਇਸ ਤੋਂ ਪਹਿਲਾਂ ਆਪਾਂ ਸਾਡੇ ਸੰਵਿਧਾਨ ਦੀ ਹਿਸਟੋਰੀਕਲ ਬੈਕਗਰਾਊਂਡ ਕੀ ਸੀ, ਜਾਂ ਜਿਹੜਾ ਸਾਡਾ ਸੰਵਿਧਾਨ ਆ ਉਹ ਬਣਿਆ ਕਿਸ ਤਰ੍ਹਾਂ, ਸਾਡੇ ਸੰਵਿਧਾਨ ਸਭਾ ਦੀ ਮੰਗ ਕਿਸ ਨੇ ਕੀਤੀ, ਕਿਹੜੀਆਂ ਕਮੇਟੀਆਂ ਨੇ ਇਹਦੇ ਵਿੱਚ ਕੰਮ ਕੀਤਾ ਅਤੇ ਕਿਸ ਤਰ੍ਹਾਂ ਜਿਹੜੀ ਸਾਡੀ ਸੰਵਿਧਾਨ ਸਭਾ ਬਣੀ, ਉਹਨਾਂ ਸਾਰੀਆਂ ਗੱਲਾਂ ਬਾਰੇ ਆਪਾਂ ਚਰਚਾ ਪਿਛਲੀਆਂ ਵੀਡੀਓ ਦੇ ਵਿੱਚ ਕਰ ਚੁੱਕੇ ਹਾਂ। ਸੋ ਅੱਜ ਆਪਾਂ ਜਿਹੜੀ ਸਾਡਾ ਭਾਰਤੀ ਸੰਵਿਧਾਨ ਹੈ ਇਹਦੀ ਇਕੱਲੀ ਵਿਸ਼ੇਸ਼ਤਾ ਬਾਰੇ ਵਿਸਥਾਰ ਸਹਿਤ ਚਰਚਾ ਕਰਾਂਗੇ। ਤਾਂ ਤੁਸੀਂ ਨੇ ਜਿਹੜੀ ਇਹ ਵੀਡੀਓ ਬਿਲਕੁਲ ਅਖੀਰ ਤੱਕ ਜ਼ਰੂਰ ਦੇਖਣੀ ਹੈ। ਸਭ ਤੋਂ ਪਹਿਲਾਂ ਜੇ ਆਪਾਂ ਇਹਦਾ ਇੰਟਰੋਡਕਸ਼ਨ ਕਰ ਲਈਏ ਤਾਂ ਉਹਦੇ ਵਿੱਚ ਇਹ ਆਉਂਦਾ ਕਿ ਜਿਹੜਾ ਸਾਡਾ ਭਾਰਤ ਦਾ ਸੰਵਿਧਾਨ ਹੈ ਉਹ ਕੰਟੈਂਟ ਅਤੇ ਸਪਿਰਿਟ ਦੇ ਰੂਪ ਦੇ ਵਿੱਚ ਬਿਲਕੁਲ ਕੀ ਹੈ, ਯੂਨੀਕ ਹੈ, ਬਿਲਕੁਲ ਵਿਲੱਖਣ ਹੈ। ਇਹਦਾ ਜਿਹੜਾ ਕੰਟੈਂਟ ਹੈ ਉਹ ਅਤੇ ਜਿਹੜੀ ਇਹਦੀ ਸਪਿਰਿਟ ਹੈ ਉਹ ਦੂਜੇ ਸੰਵਿਧਾਨਾਂ ਨਾਲ ਬਿਲਕੁਲ ਵੱਖਰੀ ਹੈ। ਬੇਸ਼ੱਕ ਅਸੀਂ ਨੇ ਸੰਸਾਰ ਦੇ ਵੱਖ-ਵੱਖ ਸੰਵਿਧਾਨਾਂ ਤੋਂ ਕੁਝ ਨਾ ਕੁਝ ਆਧਾਰਾ ਲਿਆ, ਕੁਝ ਨਾ ਕੁਝ ਜਿਹੜੀਆਂ ਧਾਰਾਵਾਂ ਨੇ, ਕੁਝ ਨਾ ਕੁਝ ਖਰੜੇ ਨੇ ਜਿਹੜੇ ਉਹ ਉਧਾਰੇ ਲਏ ਨੇ, ਪਰੰਤੂ ਫਿਰ ਵੀ ਸਾਡੇ ਸੰਵਿਧਾਨ ਦੀਆਂ ਕੁਝ ਕੁ ਵਿਸ਼ੇਸ਼ਤਾਵਾਂ ਨੇ ਜਿਹੜੀਆਂ ਇਹਨੂੰ ਇੱਕ ਵਿਲੱਖਣ ਦਰਜਾ ਪ੍ਰਦਾਨ ਕਰਦੀਆਂ ਨੇ। ਸਭ ਤੋਂ ਵੱਡੀ ਅਤੇ ਜਿਹੜੀ ਸਭ ਤੋਂ ਪਹਿਲੀ ਸਾਡੇ ਕੋਲ ਵਿਸ਼ੇਸ਼ਤਾ ਇਹ ਹੈ ਕਿ ਜਿਹੜਾ ਭਾਰਤ ਦਾ ਸੰਵਿਧਾਨ ਹੈ ਇਹ ਬਹੁਤ ਜ਼ਿਆਦਾ ਲੈਂਦੀ ਹੈ। ਜੇਕਰ ਇਹ ਸਵਾਲ ਪੁੱਛ ਲਿਆ ਜਾਵੇ ਕਿ ਦੁਨੀਆ ਦਾ ਕਿਹੜਾ ਸੰਵਿਧਾਨ ਹੈ ਜਿਹੜਾ ਸਭ ਤੋਂ ਲੰਮਾ ਅਤੇ ਵਿਸਤ੍ਰਿਤ ਤਾਂ ਉਹ ਭਾਰਤ ਦਾ ਸੰਵਿਧਾਨ ਹੈ। ਸਾਨੂੰ ਇਹ ਪਤਾ ਕਿ ਸਾਡਾ ਸੰਵਿਧਾਨ 26 ਨਵੰਬਰ 1949 ਨੂੰ ਬਣ ਕੇ ਤਿਆਰ ਹੋ ਗਿਆ ਸੀਗਾ। ਤਾਂ ਜਿਹੜੀ ਇਹਦੀ ਓਰੀਜਨਲ ਫਾਰਮ ਸੀਗੀ ਤਾਂ ਉਸ ਦੇ ਵਿੱਚ ਜਿਹੜਾ ਸਾਡਾ ਕਾਨਸਟੀਟਿਊਸ਼ਨ ਸੀਗਾ ਉਹਦੇ ਵਿੱਚ ਪ੍ਰੈਂਬਲ, 395 ਆਰਟੀਕਲ, 22 ਭਾਗ ਅਤੇ 8 ਸ਼ਡਿਊਲ ਸੀਗੇ। ਸਾਨੂੰ ਪੇਪਰ ਦੇ ਵਿੱਚ ਇਹ ਆਮ ਤੌਰ 'ਤੇ ਪੁੱਛਿਆ ਜਾਂਦਾ ਕਿ ਜਦੋਂ ਸਾਡਾ ਸੰਵਿਧਾਨ ਬਣ ਗਿਆ ਸੀ, ਜਿਹੜੀ ਇਹਦੀ ਓਰੀਜਨਲ ਫਾਰਮ ਸੀ, ਤਾਂ ਉਸ ਟਾਈਮ ਇਹਦੇ ਸੰਵਿਧਾਨ ਦੇ ਵਿੱਚ ਕਿੰਨੇ ਸ਼ਡਿਊਲ ਸੀ, ਤਾਂ ਅਸੀਂ ਯਾਦ ਰੱਖਣਾ ਕਿ 8 ਸ਼ਡਿਊਲ ਸੀਗੇ। ਜੇਕਰ ਆਪਾਂ ਹੁਣ ਦੀ ਗੱਲ ਕਰੀਏ ਤਾਂ 448 ਆਰਟੀਕਲ, 25 ਭਾਗ ਅਤੇ 12 ਸ਼ਡਿਊਲ ਨੇ। ਕਿਉਂਕਿ ਜਿਹੜੇ ਇਹ ਆਰਟੀਕਲ ਵਧੇ ਕਿਉਂਕਿ ਸਮੇਂ-ਸਮੇਂ 'ਤੇ ਵੱਖ-ਵੱਖ ਜਿਹੜੀਆਂ ਸੋਧਾਂ ਨੇ ਉਹ ਹੁੰਦੀਆਂ ਰਹੀਆਂ ਨੇ ਅਤੇ ਉਹਨਾਂ ਕਰਕੇ ਜਿਹੜੇ ਸਾਡੇ ਸੰਵਿਧਾਨ ਦੀ ਜਿਹੜੀ ਆਰਟੀਕਲਸ ਨੇ ਉਹਨਾਂ ਦੀ ਜਿਹੜੀ ਗਿਣਤੀ ਹੈ ਉਹ ਵੱਧਦੀ ਰਹੀ ਹੈ। ਨੈਕਸਟ ਜਿਹੜੀ ਸਾਡੀ ਗੱਲ ਆ ਜਾਂਦੀ ਹੈ ਕਿ ਜਿਹੜਾ ਸਾਡਾ ਸੰਵਿਧਾਨ ਹੈ ਵੱਖਰੇ ਸਰੋਤਾਂ ਦਾ ਮਿਲਗੋਭਾ ਆਪਾਂ ਕਹਿ ਸਕਦੇ ਹਾਂ। ਤਾਂ ਇਹਦੇ ਵਿੱਚ ਕਿਹੜਾ ਹੈਗਾ, ਜਿਹੜਾ ਸਾਡਾ ਸੰਵਿਧਾਨ ਦੀ ਆਪਾਂ ਮੇਨ ਗੱਲ ਕਰ ਲੈਂਦੇ ਹਾਂ ਕਿ ਜਿਹੜਾ ਸਾਡਾ ਸੰਵਿਧਾਨ ਹੈ ਬੇਸ਼ੱਕ ਇਹ ਵੱਖ-ਵੱਖ ਜਿਹੜੇ ਸੰਵਿਧਾਨ ਨੇ ਉਹਨਾਂ ਤੋਂ ਕੁਝ ਨਾ ਕੁਝ ਲਿਆ ਆਧਾਰਾ ਸੀ ਨੇ, ਪਰੰਤੂ ਜਿਹੜੀ ਵੱਡੀ ਆਪਾਂ ਕਹਿ ਸਕਦੇ ਹਾਂ ਸ਼ੇਪ ਹੈ ਉਹ ਗੌਰਮੈਂਟ ਆਫ ਇੰਡੀਆ ਐਕਟ 1935 ਸੀ ਜਿਹੜਾ, ਤਾਂ ਅਸੀਂ ਉਹਦੇ ਵਿੱਚ ਹੀ ਜਿਹੜਾ ਕੱਟ ਕਾਪੀ ਪੇਸਟ ਮੋਸਟਲੀ ਕੀਤਾ ਤਾਂ ਉਹ ਅਸੀਂ ਗੌਰਮੈਂਟ ਆਫ ਇੰਡੀਆ ਐਕਟ 1935 ਸੀਗਾ ਜਿਹੜਾ ਉਹਦੇ ਵਿੱਚੋਂ ਇਹ ਕੀਤਾ ਹੈਗਾ। ਅਤੇ ਹੋਰ ਜਿਹੜੀਆਂ ਅਸੀਂ ਪ੍ਰੋਵੀਜ਼ਨਸ ਨੇ ਵੱਖਰੇ ਸੰਵਿਧਾਨਾਂ ਤੋਂ ਜਿਹੜੀਆਂ ਲਈਆਂ ਨੇ ਉਹਦੇ ਵਿੱਚ ਕੈਨੇਡਾ, ਆਸਟ੍ਰੇਲੀਆ, ਜਰਮਨੀ, USSR, ਫਰਾਂਸ, ਸਾਊਥ ਅਫਰੀਕਾ, ਜਾਪਾਨ ਅਤੇ ਹੋਰ ਬਹੁਤ ਸਾਰੇ ਸੰਵਿਧਾਨ ਨੇ ਜਿਨ੍ਹਾਂ ਤੋਂ ਅਸੀਂ ਨੇ ਕੁਝ ਨਾ ਕੁਝ ਆਧਾਰਾ ਲਿਆ। ਨੈਕਸਟ ਜਿਹੜੀ ਗੱਲ ਸਾਡੇ ਕੋਲ ਆ ਜਾਂਦੀ ਹੈ, ਅਗਲੀ ਜਿਹੜੀ ਸਾਡੀ ਵਿਸ਼ੇਸ਼ਤਾ ਇਹ ਹੈ ਕਿ ਜਿਹੜਾ ਸਾਡਾ ਸੰਵਿਧਾਨ ਹੈ ਇਹ ਮਿਕਸਚਰ ਹੈ, ਬਲੈਂਡ ਹੈ ਰਿਜਿਡਿਟੀ ਦਾ ਅਤੇ ਫਲੈਕਸੀਬਿਲਿਟੀ ਦਾ। ਕਿ ਜਿਹੜਾ ਸਾਡਾ ਸੰਵਿਧਾਨ ਹੈ ਉਹ ਬਹੁਤ ਜ਼ਿਆਦਾ ਆਪਾਂ ਕਹਿ ਸਕਦੇ ਹਾਂ ਕਠੋਰ ਅਤੇ ਲਚਕੀਲਾ ਸੰਵਿਧਾਨ ਹੈ। ਕਠੋਰ ਤੋਂ ਭਾਵ ਲਾਈਏ, ਜੇ ਆਪਾਂ ਐਗਜ਼ਾਮਪਲ ਲਾਈਏ, ਇਹਦੀ ਕੰਪੈਰੇਟਿਵ ਸਟੱਡੀ ਕਰੀਏ ਅਮਰੀਕਾ ਦੇ ਸੰਵਿਧਾਨ ਨਾਲ, ਤਾਂ ਜਿਹੜੀ ਸਾਡਾ ਸੰਵਿਧਾਨ ਕਠੋਰ ਇੰਨਾ ਕੁ ਹੈ ਜਿੰਨਾ ਕਿ ਅਮਰੀਕਾ ਦਾ ਸੰਵਿਧਾਨ ਹੈ, ਅਤੇ ਲਚਕੀਲਾ ਇੰਨਾ ਕੁ ਹੈ ਜਿੰਨਾ ਕਿ ਬ੍ਰਿਟੇਨ ਦਾ ਜਾਂ ਬ੍ਰਿਟਿਸ਼ ਗੌਰਮੈਂਟ ਦਾ ਕਾਨਸਟੀਟਿਊਸ਼ਨ ਹੈ। ਹੁਣ ਕਠੋਰ ਅਤੇ ਲਚਕੀਲੇ 'ਚ ਫਰਕ ਕੀ ਹੈ? ਕਠੋਰ ਤੋਂ ਭਾਵ ਇਹ ਹੈ ਕਿ ਜਿਹੜੀ ਸਾਡੀ ਸੋਧ ਕਰਨ ਦੀ ਪ੍ਰਕਿਰਿਆ ਹੁੰਦੀ ਹੈ, ਜਿਹਨੂੰ ਅਸੀਂ ਕਹਿ ਸਕਦੇ ਸਾਡੇ ਕੋਲ ਆਰਟੀਕਲ 368 ਹੈ ਜਿਹਦੇ ਰਾਹੀਂ ਅਸੀਂ ਸੋਧ ਕਰ ਸਕਦੇ ਹਾਂ। ਜੇਕਰ ਤਾਂ ਸੋਧ ਕਰਨ ਦੀ ਪ੍ਰਕਿਰਿਆ ਦੇ ਵਿੱਚ ਜਿਹੜੇ ਸਾਡੇ ਹਾਊਸ ਹੈ ਜਿਹਨੂੰ ਅਸੀਂ ਪਾਰਲੀਮੈਂਟ ਬੋਲਦੇ ਹਾਂ, ਉਹਦੇ ਵਿੱਚ ਲੋਕ ਸਭਾ ਅਤੇ ਰਾਜ ਸਭਾ ਹੁੰਦੇ ਨੇ, ਜੇਕਰ ਤਾਂ ਉਹਦੇ 2/3 ਜਿਹੜੀ ਭਾਗ ਮੈਜੋਰਟੀ ਹੈ ਉਹ ਵੋਟਿੰਗ ਕਰਦੀ ਹੈ, ਜਿਹਨੂੰ ਅਸੀਂ ਕਹਿ ਸਕਦੇ ਹਾਂ ਕਿ ਸਾਡੀ ਸਪੈਸ਼ਲ ਮੈਜੋਰਟੀ ਲੱਗਦੀ ਹੈ ਕਿਸੇ ਬਿੱਲ ਨੂੰ ਪਾਸ ਕਰਨ ਵਾਸਤੇ ਜਾਂ ਕੋਈ ਸੋਧ ਨੂੰ ਪਾਸ ਕਰਨ ਵਾਸਤੇ, ਤਾਂ ਉਹ ਰਿਜਿਡ ਕਾਨਸਟੀਟਿਊਸ਼ਨ ਬੋਲਿਆ ਜਾਂਦਾ। ਫਲੈਕਸੀਬਲ ਦੇ ਵਿੱਚ ਕੀ ਹੈ ਕਿ ਸਿੰਪਲ ਜਿਹੜੀ ਮੈਜੋਰਟੀ ਹੈ ਉਹਦੇ ਰਾਹੀਂ ਜਿਹੜਾ ਕੋਈ ਮਤਲਬ ਸੋਧ ਹੈ ਉਹ ਕਰ ਲਈ ਜਾਂਦੀ ਹੈ। ਤਾਂ ਇਹ ਤੁਹਾਨੂੰ ਇਹ ਗੱਲ ਸਮਝ ਆ ਗਈ ਹੋਣੀ ਕਿ ਕਠੋਰ ਸੰਵਿਧਾਨ ਕੀ ਹੁੰਦਾ
ਲਚਕੀਲਾ ਕਿਹੜਾ ਹੁੰਦਾ? ਕਠੋਰ ਦਾ ਮਤਲਬ ਇਹ ਹੈ ਕਿ ਇੱਕੋ ਇੱਕ ਸਪੈਸ਼ਲ ਪ੍ਰਕਿਰਿਆ ਹੈ ਸੋਧ ਕਰਨ ਦੀ ਜਿਹੜੀ ਬੜੀ ਸਖਤ ਹੈ, ਬੜੀ ਹਾਰਡ ਹੈ। ਆਰਟੀਕਲ 368 ਦੇ ਦਿਨ ਆਪਾਂ ਉਹ ਗੱਲ ਕਰ ਚੁੱਕੇ ਹਾਂ। ਅਤੇ ਜਿਹੜਾ ਲਚਕੀਲੇ ਦਾ ਭਾਵ ਇਹ ਹੈ ਕਿ ਕੋਈ ਵੀ ਬਿੱਲ ਆ ਜਿਹਨੂੰ ਅਸੀਂ ਸਧਾਰਨ ਬਹੁਮਤ ਰਾਹੀਂ ਪਾਸ ਕਰ ਲੈਂਦੇ ਹਾਂ ਤਾਂ ਉਹਨੂੰ ਅਸੀਂ ਫਲੈਕਸੀਬਲ ਦੇ ਵਿੱਚ ਲੈ ਆਉਂਦੇ ਹਾਂ। ਅਗਲੀ ਜਿਹੜੀ ਗੱਲ ਆ ਗਈ ਉਹ ਇਹ ਹੈ ਕਿ ਫੈਡਰਲ ਸਿਸਟਮ ਵਿਦ ਯੂਨਿਟਰੀ, ਕਿ ਜਿਹੜਾ ਸਾਡਾ ਸੰਵਿਧਾਨ ਹੈ ਉਹਦੇ 'ਚ ਫੈਡਰਲ ਸਿਸਟਮ ਹੈ। ਫੈਡਰਲ ਸਿਸਟਮ ਦੇ ਵਿੱਚ ਕੀ ਹੁੰਦਾ ਹੈ ਕਿ ਸਟਰੋਂਗ ਸੈਂਟਰ ਹੁੰਦਾ ਹੈ। ਦ ਇੰਡੀਅਨ ਕੌਨਸਟੀਟਿਊਸ਼ਨ ਆਲਸੋ ਕੰਟੇਨ ਅ ਲਾਰਜ ਨੰਬਰ ਆਫ ਯੂਨਿਟਰੀ ਔਰ ਨਾਨ ਫੈਡਰਲ ਫੀਚਰਸ, ਕਿ ਭਾਰਤ ਦਾ ਜਿਹੜਾ ਸਿਸਟਮ ਹੈ ਉਹ ਤਾਂ ਫੈਡਰਲ ਹੈ, ਪਰ ਜਿਹੜਾ ਇਹਦਾ ਰੂਪ ਹੈ ਉਹ ਇਕਾਤਮਕ ਹੈ। ਇਕਾਤਮਕ ਦਾ ਭਾਵ ਕੀ ਹੈ ਕਿ ਜਿਹੜਾ ਇੱਥੋਂ ਸੈਂਟਰ ਹੈ ਬਿਲਕੁਲ ਸਟਰੋਂਗ ਹੈ, ਸਿੰਗਲ ਸਾਡੇ ਕੌਨਸਟੀਟਿਊਸ਼ਨ ਹੈ, ਇੱਕੋ ਹੀ ਸੰਵਿਧਾਨ ਆ ਸਾਡੇ ਪੂਰੇ ਭਾਰਤ ਦੇ ਵਿੱਚ। ਜਿਹੜੀ ਸਾਡੀ ਨਾਗਰਿਕਤਾ ਉਹ ਵੀ ਸਿੰਗਲ ਹੀ ਹੈ, ਅਤੇ ਜਿਹੜਾ ਸਾਡਾ ਕੌਨਸਟੀਟਿਊਸ਼ਨ ਹੈ ਉਹ ਫਲੈਕਸੀਬਿਲਿਟੀ ਇਹਦੇ ਵਿੱਚ। ਇੰਟੀਗ੍ਰੇਟਡ ਜੁਡੀਸ਼ਰੀ ਹੈ, ਮਤਲਬ ਸੁਪਰੀਮ ਕੋਰਟ ਤੋਂ ਨੀਚੇ ਹਾਈ ਕੋਰਟ ਹੈ, ਹਾਈ ਕੋਰਟ ਤੋਂ ਨੀਚੇ ਜਿਹੜੀਆਂ ਅਲੱਗ-ਅਲੱਗ ਆਪਾਂ ਕਹਿ ਸਕਦੇ ਹਾਂ ਕੋਰਟ ਨੇਗੀਆਂ। ਅਤੇ ਜਿਹੜਾ ਇੱਥੋਂ ਦਾ ਗਵਰਨਰ ਹੈ, ਸਟੇਟ ਦਾ ਗਵਰਨਰ ਹੁੰਦਾ ਉਹ ਸੈਂਟਰ ਦੁਆਰਾ ਚੁਣਿਆ ਜਾਂਦਾ, ਅਤੇ ਜਿਹੜੀਆਂ ਆਲ ਇੰਡੀਆ ਸਰਵਿਸ ਨੇ ਉਹ ਹੁੰਦੀਆਂ ਨੇ। ਫੈਡਰਲ ਦਾ ਮਤਲਬ ਕੀ ਹੁੰਦਾ ਹੈ ਕਿ ਜਿਹੜੀਆਂ ਪਾਵਰਾਂ ਨੇ, ਸ਼ਕਤੀਆਂ ਨੇ, ਉਹਦੀ ਵੰਡ ਕੀਤੀ ਜਾਂਦੀ ਹੈ, ਸ਼ਕਤੀਆਂ ਦੀ ਵੰਡ ਸੈਂਟਰ ਸਰਕਾਰਾਂ ਅਤੇ ਸਟੇਟ ਸਰਕਾਰਾਂ ਦੇ ਵਿੱਚ। ਤਾਂ ਇਹ ਗੱਲ ਵੀ ਸਾਡੇ ਭਾਰਤ ਸੰਵਿਧਾਨ ਦੇ ਵਿੱਚ ਹੈ ਕਿ ਸਾਡੇ ਸਟੇਟ ਸਰਕਾਰ ਹੁੰਦੀ ਹੈ ਇੱਕ ਸਾਡੇ ਸੈਂਟਰ ਸਰਕਾਰ ਹੁੰਦੀ ਹੈ। ਯੂਨਿਟਰੀ ਦਾ ਮੀਨਸ ਕੀ ਹੈ ਕਿ ਕੰਸਨਟ੍ਰੇਸ਼ਨ ਆਫ ਪਾਵਰ ਇਨ ਦਾ ਸੈਂਟਰਲ ਗੌਰਮੈਂਟ, ਕਿ ਸਾਰੀਆਂ ਪਾਵਰਾਂ ਦੇ ਉੱਤੇ ਜਿਹੜਾ ਆਪਾਂ ਕਹਿ ਸਕਦੇ ਹਾਂ ਕਿ ਜ਼ਿਆਦਾ ਤੌਰ 'ਤੇ ਅਧਿਕਾਰ ਜਿਹੜਾ ਹੈ ਉਹ ਸੈਂਟਰ ਦਾ ਹੈ। ਇਸੇ ਕਰਕੇ ਜਿਹੜਾ ਭਾਰਤੀ ਸੰਵਿਧਾਨ ਹੈ ਇਹਨੂੰ ਕੁਆਸੀ ਫੈਡਰਲ ਬੋਲਿਆ ਜਾਂਦਾ ਹੈ। ਪੇਪਰ ਦੇ ਵਿੱਚ ਸਾਨੂੰ ਜੇ ਆਪਸ਼ਨ ਦੇ ਵਿੱਚ ਕਿਤੇ ਕੁਆਸੀ ਫੈਡਰਲ ਦੇਖਣ ਨੂੰ ਮਿਲਦਾ ਤਾਂ ਅਸੀਂ ਉਹ ਟਿਕ ਕਰਨਾ ਹੈ, ਕਿਉਂਕਿ ਸਾਡੇ ਸੰਵਿਧਾਨ ਦੇ ਵਿੱਚ ਦੋਨੇ ਤਰ੍ਹਾਂ ਦੀਆਂ ਵਿਸ਼ੇਸ਼ਤਾਵਾਂ ਨੇ, ਫੈਡਰਲ ਸਿਸਟਮ ਦੀਆਂ ਵੀ ਅਤੇ ਇਕਾਤਮਕ ਦੀਆਂ ਵੀ। ਫੈਡਰਲ ਦਾ ਮਤਲਬ ਸਾਨੂੰ ਸਮਝ ਆ ਗਿਆ ਕਿ ਜਿਹੜੀਆਂ ਸ਼ਕਤੀਆਂ ਦੀ ਵੰਡ ਹੁੰਦੀ ਹੈ। ਇਕਾਤਮਕ ਦਾ ਭਾਵ ਕੀ ਹੈ, ਜਿਹੜੀ ਪਹੁੰਚ ਹੈ, ਜਿਹਦੀ ਪਕੜ ਆ ਉਹ ਸਿਰਫ ਸੈਂਟਰ ਦੇ ਉੱਤੇ ਜ਼ਿਆਦਾ ਹੁੰਦੀ ਹੈ। ਤਾਂ ਨੈਕਸਟ ਜਿਹੜੀ ਸਾਡੇ ਕੋਲ ਆ ਗਈ ਉਹ ਹੈ ਪਾਰਲੀਮੈਂਟਰੀ ਫਾਰਮ ਆਫ ਗੌਰਮੈਂਟ, ਕਿ ਭਾਰਤ ਦੀ ਜਿਹੜੀ ਸਰਕਾਰ ਹੈ, ਜਿਹੜਾ ਉਹਦਾ ਰੂਪ ਹੈ ਉਹ ਪਾਰਲੀਮੈਂਟਰੀ ਹੈ। ਭਾਰਤ ਦੇ ਵਿੱਚ ਕੀ ਹੈ, ਬਾਈ ਕੈਮਰਲ ਲੈਜਿਸਲੇਚਰ ਹੈ, ਜਿਹਦੇ ਵਿੱਚ ਦੋ ਸਦਨ ਨੇ, ਲੋਕ ਸਭਾ ਅਤੇ ਰਾਜ ਸਭਾ। ਰਾਜ ਸਭਾ ਨੂੰ ਉੱਪਰਲਾ ਸਦਨ ਕਿਹਾ ਜਾਂਦਾ ਹੈ, ਲੋਕ ਸਭਾ ਨੂੰ ਹੇਠਲਾ ਸਦਨ ਕਿਹਾ ਜਾਂਦਾ ਹੈ। ਅਤੇ ਇਹਦੇ ਵਿੱਚ ਦੇਅਰ ਇਜ਼ ਨੋ ਕਲੀਅਰ ਕੱਟ ਸੈਪਰੇਸ਼ਨ ਆਫ ਦਾ ਪਾਵਰ, ਕਲੀਅਰ ਕੱਟ ਕੋਈ ਸੈਪਰੇਸ਼ਨ ਨਹੀਂ ਹੈਗੀ ਲੈਜਿਸਲੇਟਿਵ ਅਤੇ ਐਗਜ਼ੀਕਿਊਟਿਵ ਔਰਗਨਸ ਦੇ ਵਿੱਚ। ਅਤੇ ਜਿਹੜਾ ਇੱਥੋਂ ਦਾ ਹੈੱਡ ਹੁੰਦਾ ਗੌਰਮੈਂਟ ਦਾ ਉਹ ਪ੍ਰਾਈਮ ਮਿਨਿਸਟਰ ਹੁੰਦਾ। ਪ੍ਰਾਈਮ ਮਿਨਿਸਟਰ ਅਤੇ ਕੌਂਸਲ ਆਫ ਮਿਨਿਸਟਰ ਬਾਰੇ ਜਿਹੜਾ ਸਾਡੇ ਸੰਵਿਧਾਨ ਦੇ ਵਿੱਚ ਇਹਨਾਂ ਦੇ ਟਨਿਊਰ ਹੈ, ਜਿਹਨਾਂ ਦਾ ਆਪਾਂ ਕਹਿ ਸਕਦੇ ਹਾਂ ਸਮਾਂ, ਇਹਦੇ ਬਾਰੇ ਕੋਈ ਗੱਲ ਨਹੀਂ ਕੀਤੀ ਗਈ। ਇਹ ਜਿੰਨਾ ਚਿਰ ਰਾਸ਼ਟਰਪਤੀ ਦੀ ਆਪਾਂ ਕਹਿ ਸਕਦੇ ਹਾਂ ਕਿ ਖੁਸ਼ੀ ਹੈ ਉਹਨਾਂ ਚਿਰ ਇਹ ਰਹਿ ਸਕਦੇ ਨੇ। ਅੱਗੇ ਸਾਡੇ ਕੋਲ ਆ ਗਿਆ ਸੈਕੂਲਰ ਸਟੇਟ। ਸੈਕੂਲਰ ਦਾ ਮਤਲਬ ਹੁੰਦਾ ਨਿਰਪੱਖ, ਵੀ ਕਿਸੇ ਵੀ ਧਰਮ ਦੇ ਨਾਲ ਜਾਂ ਆਪਾਂ ਕਹਿ ਸਕਦੇ ਹਾਂ ਕਿਸੇ ਤਰ੍ਹਾਂ ਦਾ ਕੋਈ ਭੇਦਭਾਵ ਨਹੀਂ, ਸਾਰੇ ਉਹਦੇ ਵਾਸਤੇ ਬਰਾਬਰ ਹੈ। ਰਿਲੀਜਨ ਤੌਰ ਦੇ ਉੱਤੇ ਆਪਾਂ ਕਹਿ ਸਕਦੇ ਹਾਂ ਕਿ ਭਾਰਤ ਦਾ ਜਿਹੜਾ ਸੰਵਿਧਾਨ ਹੈ ਇਹਦੇ ਵਿੱਚ ਇਹ ਗੱਲ ਕਹੀ ਗਈ ਹੈ ਕਿ ਭਾਰਤ ਦਾ ਕੋਈ ਆਪਦਾ ਵਿਸ਼ੇਸ਼ ਧਰਮ ਨਹੀਂ ਹੋਊਗਾ। ਜਿਸ ਤਰ੍ਹਾਂ ਆਪਾਂ ਦੇਖਦੇ ਹਾਂ ਕਿ ਬਹੁਤ ਸਾਰੇ ਜਿਹੜੇ ਸਟੇਟ ਹੁੰਦੇ ਨੇ, ਬਹੁਤ ਸਾਰੀਆਂ ਜਿਹੜੀਆਂ ਕੰਟਰੀਆਂ ਹੁੰਦੀਆਂ ਨੇ, ਉਹਨਾਂ ਦੇ ਵਿੱਚ ਕੀ ਹੁੰਦਾ ਕਿ ਧਰਮ ਦੇ ਆਧਾਰ ਦੇ ਉੱਤੇ ਜਿਹੜੀ ਰਾਜਨੀਤੀ ਕੀਤੀ ਜਾਂਦੀ ਹੈ, ਪਰ ਭਾਰਤ ਦੇ ਸੰਵਿਧਾਨ ਦੇ ਵਿੱਚ ਇਸ ਤਰ੍ਹਾਂ ਦੀ ਕੋਈ ਵੀ ਵਿਸ਼ੇਸ਼ਤਾ ਨਹੀਂ ਹੈ। ਸੈਕੂਲਰ ਮੀਨਸ ਦੈਟ ਆਲ ਦਾ ਰਿਲੀਜਨਸ ਪ੍ਰੈਜੈਂਟ ਇਨ ਇੰਡੀਆ ਗੈਟ ਇਕੁਅਲ ਪ੍ਰੋਟੈਕਸ਼ਨ ਐਂਡ ਸਪੋਰਟ ਫਰੋਮ ਦਾ ਸਟੇਟ, ਕਿ ਸਾਰਿਆਂ ਨੂੰ ਬਰਾਬਰ ਪ੍ਰੋਟੈਕਸ਼ਨ ਮਿਲੂਗੀ ਅਤੇ ਬਰਾਬਰ ਹੀ ਜਿਹੜਾ ਸਟੇਟ ਆ ਉਹ ਕੀ ਕਰੂਗਾ, ਉਹਨਾਂ ਨੂੰ ਸਪੋਰਟ ਕਰੂਗਾ। ਸਾਰਿਆਂ ਨੂੰ ਬਰਾਬਰ ਟਰੀਟਮੈਂਟ ਮਿਲੂਗਾ, ਇਕੁਅਲ ਓਪਰਚੁਨਿਟੀਜ਼ ਮਿਲਣਗੀਆਂ ਸਾਰੇ ਧਰਮਾਂ ਨੂੰ। ਤਾਂ ਆਪਾਂ ਇਹ ਗੱਲ ਯਾਦ ਰੱਖਣੀ ਹੈ, ਸੈਕੂਲਰ ਸਟੇਟ ਦਾ ਮਤਲਬ ਕੀ ਹੈ ਕਿ ਭਾਰਤ ਦਾ ਆਪਦਾ ਕੋਈ ਵੀ ਧਰਮ ਨਹੀਂ ਹੈ, ਹਰੇਕ ਧਰਮ ਦੀ ਮਤਲਬ ਆਦਰ ਕੀਤਾ ਜਾਊਗਾ, ਉਹਦੀ ਸਪੋਰਟ ਕੀਤੀ ਜਾਊਗੀ, ਉਹਨੂੰ ਪ੍ਰੋਟੈਕਸ਼ਨ ਦਿੱਤੀ ਜਾਊਗੀ। ਤਾਂ ਇਹ ਵੀ ਇਹਦੀ ਇੱਕ ਵਿਸ਼ੇਸ਼ਤਾ ਹੈ। ਨੈਕਸਟ ਹੈ ਸਿੰਗਲ ਸਿਟੀਜ਼ਨਸ਼ਿਪ, ਕਿ ਅਖਿਆਰੀ ਨਾਗਰਿਕਤਾ ਹੈ। ਜਦੋਂ ਅਸੀਂ ਕੋਈ ਵੀ ਫਾਰਮ ਫਿਲ ਕਰਦੇ ਹਾਂ ਤਾਂ ਉੱਥੇ ਸਾਨੂੰ ਭਰਨਾ ਪੈਂਦਾ ਕਿ ਸਿਟੀਜ਼ਨ, ਤਾਂ ਸਿਟੀਜ਼ਨ ਦੇ ਵਿੱਚ ਅਸੀਂ ਕੀ ਲਿਖਦੇ ਹਾਂ, ਇੰਡੀਅਨ ਨਹੀਂ ਲਿਖਦੇ ਹਾਂ, ਕਿਉਂਕਿ ਸਾਨੂੰ ਸਿਰਫ ਅਖਿਆਰੀ ਨਾਗਰਿਕਤਾ ਮਿਲੀ ਹੋਈ ਹੈ। ਜਦ ਕਿ ਅਮਰੀਕਾ ਦੇ ਵਿੱਚ ਕੀ ਹੈ, ਦੋਹਰੀ ਨਾਗਰਿਕਤਾ, ਕਿ ਉੱਥੋਂ ਦੀ ਜਿਹੜਾ ਇੱਕ ਤਾਂ ਬੰਦਾ ਸਟੇਟ ਦਾ ਨਾਗਰਿਕ ਹੁੰਦਾ, ਦੂਜਾ ਕੀ ਹੈਗਾ ਉੱਥੋਂ ਦਾ ਜਿਹੜਾ ਉਹਨਾਂ ਦੀ ਕੰਟਰੀ ਹੈ ਅਮਰੀਕਾ, ਹੈ ਨਾ, ਤਾਂ ਉਹ ਅਮਰੀਕਾ ਦਾ ਨਾਗਰਿਕ ਵੀ ਹੁੰਦਾ। ਤਾਂ ਭਾਰਤ ਦੇ ਵਿੱਚ ਇਸ ਤਰ੍ਹਾਂ ਦੀ ਕੋਈ ਇੰਡੀਵਿਜੂਅਲ ਜਾਂ ਅਨਦਰ ਸਟੇਟ ਨਹੀਂ ਹੈ ਜਿੱਥੇ ਕਿਸੇ ਬੰਦੇ ਨੂੰ ਸਪੈਸ਼ਲ ਆਪਾਂ ਕਹਿ ਸਕਦੇ ਹਾਂ ਕਿ ਮਾਨਤਾ ਮਿਲੀ ਹੋਵੇ ਜਾਂ ਨਾਗਰਿਕਤਾ ਮਿਲੀ ਹੋਵੇ। ਅਤੇ ਕਿਸੇ ਵੀ ਰਾਜ ਨਾਲ ਕਿਸ ਤਰ੍ਹਾਂ ਦਾ ਕੋਈ ਵਿਤਕਰਾ ਨਹੀਂ ਕੀਤਾ ਜਾਂਦਾ, ਕੋਈ ਡਿਸਕ੍ਰਿਮੀਨੇਸ਼ਨ ਨਹੀਂ ਹੈਗੀ, ਕਿਸੇ ਲੈਂਗੁਏਜ ਦੇ ਆਧਾਰ ਦੇ ਉੱਤੇ ਨਹੀਂ,
ਕਿਸੇ ਆਪਾਂ ਕਹਿ ਸਕਦੇ ਹਾਂ ਧਰਮ ਦੇ ਆਧਾਰ 'ਤੇ ਨਹੀਂ, ਭਾਸ਼ਾ ਦੇ ਆਧਾਰ 'ਤੇ ਨਹੀਂ, ਇਹ ਆਪਾਂ ਇਹਦੇ ਵਿੱਚ ਮੰਨ ਲੈਂਦੇ ਹਾਂ ਕਿ ਸਾਡੀ ਸਿੰਗਲ ਸਿਟੀਜ਼ਨਸ਼ਿਪ ਹੈ। ਇਸ ਤੋਂ ਬਾਅਦ ਕੀ ਹੈ, ਮੋਰ ਏਵਰ ਇਨ ਇੰਡੀਆ ਐਨ ਇੰਡੀਵਿਜੂਅਲ ਹੈਜ਼ ਦ ਰਾਈਟ ਟੂ ਮੂਵ ਟੂ ਐਨੀ ਪਾਰਟ ਆਫ ਕੰਟਰੀ, ਕਿ ਭਾਰਤ ਦਾ ਨਾਗਰਿਕ ਭਾਰਤ ਦੇ ਕਿਸੇ ਵੀ ਖਿੱਤੇ ਦੇ ਵਿੱਚ ਤੁਰ ਫਿਰ ਸਕਦਾ ਹੈ। ਠੀਕ ਹੈ ਜੀ। ਕੁਝ ਕੁ ਸਰਟਨ ਪਲੇਸਿਸ ਨੇ ਜਿੱਥੇ ਥੋੜ੍ਹੀ ਬਹੁਤੀ ਤੁਹਾਨੂੰ ਰੋਕ ਲੱਗੀ ਹੋਈ ਹੈ, ਨਹੀਂ ਅਸੀਂ ਕਿਤੇ ਵੀ ਘੁੰਮ ਫਿਰ ਸਕਦੇ ਹਾਂ, ਆਪਦਾ ਘਰ ਵਗੈਰਾ ਬਣਾ ਸਕਦੇ ਹਾਂ, ਸੰਪਤੀ ਖਰੀਦ ਸਕਦੇ ਹਾਂ। ਤਾਂ ਇਹ ਸਿੰਗਲ ਸਿਟੀਜ਼ਨਸ਼ਿਪ ਦੇ ਵਿੱਚ ਜਿਹੜਾ ਇਹ ਪਾਰਟ ਆਉਂਦਾ ਹੈ। ਅੱਗੇ ਹੈ ਕਿ ਇੰਡੀਕ੍ਰੇਟਡ ਐਂਡ ਇੰਡੀਪੈਂਡੈਂਟ ਜੁਡੀਸ਼ਰੀ। ਸਾਡਾ ਜਿਹੜਾ ਜੁਡੀਸ਼ਰੀ ਆਪਾਂ ਕਹਿ ਦਿੰਦੇ ਹਾਂ ਕਿ ਜਿਹੜਾ ਸਾਡਾ ਨਿਆਂ ਸ਼ਾਸਤਰ ਹੈ ਉਹ ਬਿਲਕੁਲ ਕੀ ਹੈ, ਨਿਰਪੱਖ ਹੈ, ਇੰਡੀਪੈਂਡੈਂਟ ਹੈ, ਆਜ਼ਾਦ ਹੈ। ਦੂਜਾ ਇੰਟੀਗ੍ਰੇਟਡ ਹੈ। ਇੰਟੀਗ੍ਰੇਟਡ ਦਾ ਮਤਲਬ ਕੀ ਹੈ, ਜੁੜਿਆ ਹੋਇਆ ਉਹ, ਕਿ ਸਾਡੇ ਸਭ ਤੋਂ ਉੱਪਰ ਕੀ ਹੋਊਗਾ, ਸੁਪਰੀਮ ਕੋਰਟ ਹੋਊਗੀ, ਫਿਰ ਹਾਈ ਕੋਰਟ ਹੋਊਗੀ, ਹਾਈ ਕੋਰਟ ਤੋਂ ਨੀਚੇ ਜਿਹੜੀਆਂ ਸਾਡੀਆਂ ਅਦਾਲਤਾਂ ਹੁੰਦੀਆਂ ਨੇ ਉਹਨਾਂ ਦੀ ਜਿਹੜੀ ਕੜੀ ਹੈ ਉਹ ਜੁੜੀ ਹੋਈ ਹੈ। ਅਤੇ ਇਹ ਸਾਰਾ ਇੰਟੀਗ੍ਰੇਟਡ ਸਿਸਟਮ ਹੈ। ਬਿਲਕੁਲ ਆਪਾਂ ਕਹਿ ਸਕਦੇ ਹਾਂ ਕਿ ਜਿਹੜਾ ਸੁਪਰੀਮ ਕੋਰਟ ਟੌਪ ਦੇ ਉੱਤੇ ਹੁੰਦਾ ਹੈਗਾ ਜੁਡੀਸ਼ੀਅਲ ਸਿਸਟਮ ਦੇ ਵਿੱਚ। ਹਾਈ ਕੋਰਟਾਂ ਨੇ ਜਿਹੜੀਆਂ ਉਹ ਸਟੇਟ ਲੈਵਲ 'ਤੇ ਨੇ। ਹਾਈ ਕੋਰਟ ਦੇ ਅੰਦਰ ਜਿਹੜੀ ਹਾਇਰਾਰਕੀ ਬਣੀ ਹੋਈ ਹੈ, ਇਹ ਜਿਹੜੀਆਂ ਜਿਵੇਂ ਆਪਾਂ ਕਹਿੰਦੇ ਡਿਸਟ੍ਰਿਕਟ ਕੋਰਟ ਆ ਗਈਆਂ ਜਾਂ ਹੋਰ ਲੋਅਰ ਕੋਰਟ ਆ ਗਈਆਂ। ਤਾਂ ਸਿੰਗਲ ਸਿਸਟਮ ਆਫ ਕੋਰਟ ਇਨਫੋਰਸ ਬੋਥ ਦਾ ਸੈਂਟਰਲ ਲਾ ਐਂਡ ਵੈਲ ਐਜ਼ ਦਾ ਸਟੇਟ ਲਾ, ਕਿ ਜਿਹੜੇ ਕੇਂਦਰ ਦੇ ਕਾਨੂੰਨ ਅਤੇ ਸਰਕਾਰਾਂ ਦੇ ਕਾਨੂੰਨ ਜਿਹੜੇ ਪ੍ਰਾਂਤਕ ਤੌਰ ਦੇ ਉੱਤੇ ਉਹ ਕੀ ਨੇ, ਇੱਕੋ ਜਿਹੇ ਰੂਪ ਦੇ ਵਿੱਚ ਲਾਗੂ ਕੀਤੇ ਜਾਣਗੇ। ਅੱਗੇ ਸਾਡੇ ਕੋਲ ਬੜਾ ਇੰਪੋਰਟੈਂਟ ਫੈਕਟਰ ਆ ਗਿਆ, ਫੰਡਾਮੈਂਟਲ ਰਾਈਟਸ। ਸਾਡੇ ਸੰਵਿਧਾਨ ਦੇ ਭਾਗ ਤੀਜੇ ਦੇ ਵਿੱਚ ਜਿਹੜੇ ਸਾਡੇ ਮੌਲਿਕ ਅਧਿਕਾਰ ਅੰਕਿਤ ਕੀਤੇ ਗਏ ਨੇ, ਅਸੀਂ ਯਾਦ ਰੱਖਣਾ ਕਿ ਜਿਹੜਾ ਭਾਗ ਤੀਜਾ ਉਹਦੇ ਵਿੱਚ ਸਾਡੇ ਕੀ ਨੇ, ਫੰਡਾਮੈਂਟਲ ਰਾਈਟਸ ਨੇ, ਜਿਹਨੂੰ ਅਸੀਂ ਮੌਲਿਕ ਅਧਿਕਾਰ ਬੋਲਦੇ ਹਾਂ। ਹੁਣ ਇਹਨਾਂ ਦੀ ਗਿਣਤੀ ਕਿੰਨੀ ਹੈ, 6 ਹੈ। ਪਰੰਤੂ ਜਦੋਂ ਸਾਡਾ ਸੰਵਿਧਾਨ ਬਣਿਆ ਸੀ ਉਦੋਂ ਇਹਨਾਂ ਦੀ ਗਿਣਤੀ 7 ਸੀਗੀ। ਫਿਰ 44ਵੀਂ ਸੋਧ ਹੋਈ 1978 ਦੇ ਵਿੱਚ, ਜਿਹਦੇ ਵਿੱਚ ਜਿਹੜਾ ਸਾਡਾ ਸੰਪਤੀ ਦਾ ਅਧਿਕਾਰ ਸੀਗਾ ਉਹਨੂੰ ਮੌਲਿਕ ਅਧਿਕਾਰ ਨਾ ਛੱਡ ਕੇ, ਨਾ ਰੱਖ ਕੇ ਆਪਾਂ ਕਹਿ ਸਕਦੇ ਹਾਂ ਕਿ ਕਾਨੂੰਨੀ ਅਧਿਕਾਰ ਬਣਾ ਦਿੱਤਾ ਗਿਆ। ਅਤੇ ਹੁਣ ਸਾਡੇ ਕੋਲ 6 ਨੇਗੇ। ਵੈਸੇ ਤਾਂ ਮੌਲਿਕ ਅਧਿਕਾਰ 12 ਤੋਂ ਲੈ ਕੇ 35 ਤੱਕ ਅਸੀਂ ਯਾਦ ਰੱਖਣਾ ਹੈ ਕਿ ਜਿਹੜੇ ਸਾਡੇ ਮੌਲਿਕ ਅਧਿਕਾਰ ਨੇ ਆਰਟੀਕਲ 12 ਤੋਂ ਲੈ ਕੇ ਆਰਟੀਕਲ 35 ਤੱਕ ਨੇ ਜਿਹੜੇ ਇਹ ਦਰਜ ਕੀਤੇ ਗਏ ਨੇ। ਰਾਈਟ ਟੂ ਇਕੁਅਲਿਟੀ, ਸਮਾਨਤਾ ਅਧਿਕਾਰ ਜਿਹੜਾ ਹੈ ਸਾਡਾ 14 ਤੋਂ ਲੈ ਕੇ 18 ਤੱਕ। ਫਰੀਡਮ ਦਾ ਅਧਿਕਾਰ 19 ਤੋਂ ਲੈ ਕੇ 22 ਤੱਕ। ਸ਼ੋਸ਼ਣ ਵਿਰੁੱਧ ਅਧਿਕਾਰ ਜਿਹੜਾ 23 ਤੋਂ 24। ਫਰੀਡਮ ਆਫ ਰਿਲੀਜਨ 25 ਤੋਂ 28। ਕਲਚਰਲ ਐਂਡ ਐਜੂਕੇਸ਼ਨਲ ਰਾਈਟਸ ਨੇ ਜਿਹੜੇ ਆਰਟੀਕਲ 29 30। ਅਤੇ ਜਿਹੜੀ ਸਾਡੀ ਕਾਂਸਟੀਟਿਊਸ਼ਨਲ ਰੈਮਡੀਜ਼ ਨੇ ਉਹ ਆਰਟੀਕਲ 32 ਦੀ ਆਉਂਦੀਆਂ ਨੇ। ਇਹਨਾਂ ਆਰਟੀਕਲਾਂ ਦੇ ਵਿੱਚੋਂ ਵੀ ਥੋੜ੍ਹੇ ਜਿਹੇ ਮੇਨ ਜਿਹੜੇ ਸਾਡੇ ਬਣਦੇ ਆ। ਇੱਕ ਤਾਂ ਆਰਟੀਕਲ 17 ਜਿਹਦੇ ਵਿੱਚ ਕੀ ਹੈ, ਅਨਟੱਚੇਬਿਲਿਟੀ, ਛੂਆ-ਛਾਤ ਜਾਂ ਛੂਤ-ਛਾਤ ਜਿਹਨੂੰ ਅਸੀਂ ਬੋਲਦੇ ਹਾਂ, ਇਹਦੀ ਬਿਲਕੁਲ ਮਨਾਹੀ ਕੀਤੀ ਗਈ ਹੈ। ਆਰਟੀਕਲ 18 ਦੇ ਵਿੱਚ ਜਿਹੜੇ ਸਾਡੇ ਟਾਈਟਲ ਨੇ, ਅਸੀਂ ਕਿਸ ਤਰ੍ਹਾਂ ਦਾ ਕੋਈ ਟਾਈਟਲ ਜਿਵੇਂ ਸਰ ਦੀ ਪਦਵੀ ਵਗੈਰਾ ਹੁੰਦੀ ਸੀ ਅਸੀਂ ਉਹ ਕੋਈ ਨਹੀਂ ਲੈ ਸਕਦੇ, ਇਹਦੀ ਮਨਾਹੀ ਹੈ। ਆਰਟੀਕਲ 19 ਇਹ ਵੀ ਸਾਡੇ ਵਾਸਤੇ ਇੰਪੋਰਟੈਂਟ ਹੈ। ਆਰਟੀਕਲ 21 ਅਤੇ ਆਰਟੀਕਲ 21A, 21 ਖਾਸ ਕਰਕੇ ਜਿਹਦੇ ਵਿੱਚ ਸਾਨੂੰ ਜਿਹੜਾ ਸਾਡਾ ਜਿਉਣ ਦਾ ਅਧਿਕਾਰ ਮਿਲਦਾ ਹੈ। ਅਤੇ ਇੱਕ ਆਰਟੀਕਲ 21 ਦੇ ਵਿੱਚ, ਆਰਟੀਕਲ 21A ਦੇ ਵਿੱਚ ਜਿਹੜਾ ਸਾਡਾ ਸਿੱਖਿਆ ਦਾ ਅਧਿਕਾਰ ਸਾਨੂੰ ਮਿਲਦਾ ਹੈਗਾ। ਜੇਕਰ ਐਮਰਜੈਂਸੀ ਲਾਗੂ ਹੋ ਜਾਂਦੀ ਹੈ ਕਿਸੇ ਨਾ ਕਿਸੇ ਕਾਰਨ ਕਰਕੇ, ਤਾਂ ਜਿਹੜਾ ਸਾਡਾ ਆਰਟੀਕਲ 21 ਹੈ ਉਹ ਕਿਸੇ ਵੀ ਰੂਪ ਦੇ ਵਿੱਚ ਡਿਸਚਾਰਜ ਨਹੀਂ ਕੀਤਾ ਜਾ ਸਕਦਾ। ਹਾਲਾਂਕਿ ਜਿਹੜੇ ਦੂਜੇ ਸਾਡੇ ਮੌਲਿਕ ਅਧਿਕਾਰ ਨੇ ਉਹ ਖਾਰਜ ਕੀਤੇ ਜਾ ਸਕਦੇ ਨੇ, ਪਰੰਤੂ ਜਿਹੜਾ ਆਰਟੀਕਲ 21 ਹੈ ਇਹ ਕਿਸੇ ਵੀ ਹਾਲਤ ਦੇ ਵਿੱਚ ਸਾਡਾ ਜਿਹੜਾ ਇਹ ਭੰਗ ਨਹੀਂ ਕੀਤਾ ਜਾ ਸਕਦਾ। ਆਰਟੀਕਲ 32 ਇਹਦੇ ਵਿੱਚ ਅਲੱਗ-ਅਲੱਗ ਜੇਕਰ ਸਾਡੇ ਕਿਸੇ ਵੀ ਮੌਲਿਕ ਅਧਿਕਾਰ ਦਾ ਆਪਾਂ ਕਹਿ ਸਕਦੇ ਹਾਂ ਕਿ ਵਾਇਲੇਸ਼ਨ ਹੁੰਦੀ ਹੈ, ਤਾਂ ਅਸੀਂ ਸਾਡੇ ਕੋਲ ਆਰਟੀਕਲ 32 ਹੈ ਜਿਹਦੇ ਅਧੀਨ ਅਲੱਗ-ਅਲੱਗ ਰੇਟਸ ਨੇ ਜਿਹੜੀਆਂ ਉਹ ਆਉਂਦੀਆਂ ਨੇ, ਜਿਹਦੇ ਵਿੱਚ ਹੈਬੀਅਸ ਕਾਰਪਸ ਹੈ, ਕੋ ਬਰਾਂਟੋ ਹੈ, ਸਰਟੀਰਰੀ ਹੈ, ਅਲੱਗ-ਅਲੱਗ ਜਿਹੜੀਆਂ ਰੇਟਸ ਨੇ ਇਹਨਾਂ ਦੀ ਜਿਹੜੀ ਜਾਚਕਾ ਉਹ ਦਾਇਰ ਕੀਤੀ ਜਾ ਸਕਦੀ ਹੈ। ਅੱਗੇ ਸਾਡੇ ਕੋਲ ਆ ਗਏ ਡਾਇਰੈਕਟਿਵ ਪ੍ਰਿੰਸੀਪਲ ਆਫ ਸਟੇਟ ਪਾਲਿਸੀ, DPSP, ਰਾਜ ਦੀ ਨੀਤੀ ਦੇ ਨਿਰਦੇਸ਼ਕ ਸਿਧਾਂਤ। ਇਹ ਆਰਟੀਕਲ 36 ਤੋਂ ਲੈ ਕੇ ਆਰਟੀਕਲ 51 ਤੱਕ ਸਾਡੇ ਸੰਵਿਧਾਨ ਦੇ ਵਿੱਚ ਨੇ। ਇਹਦੇ ਬਾਰੇ ਮੇਨ ਗੱਲ ਇਹ ਹੈ ਕਿ ਇਹਨਾਂ ਦਾ ਮਕਸਦ ਕੀ ਹੈ, ਆਦੇਸ਼ ਕੀ ਹੈ। ਇਹਨਾਂ ਦਾ ਆਦੇਸ਼ ਹੈ ਇੱਕ ਕਲਿਆਣਕਾਰੀ ਜਿਹੜਾ ਰਾਜ ਹੈ ਉਹ ਬਣਾਉਣਾ। ਇਹ ਹਦਾਇਤਾਂ ਦੇ ਸਕਦੇ ਨੇ, ਪਰੰਤੂ ਜੇਕਰ ਇਹਨਾਂ ਦੀ ਪਾਲਣਾ ਨਹੀਂ ਹੁੰਦੀ ਤਾਂ ਇਹ ਨੌਨ ਜਸਟੀਫਾਈਕੇਬਲ ਨੇ। ਤਾਂ ਆਪਾਂ ਕਹਿ ਸਕਦੇ ਹਾਂ ਕਿ ਜੇਕਰ ਇਹਨਾਂ ਦੀ ਪਾਲਣਾ ਨਹੀਂ ਹੁੰਦੀ ਤਾਂ ਅਸੀਂ ਇਹਨਾਂ ਦੇ ਵਿਰੋਧ ਦੇ ਵਿੱਚ ਕਾਨੂੰਨ ਦੀ ਸਹਾਇਤਾ ਨਹੀਂ ਲੈ ਸਕਦੇ। ਅਸੀਂ ਇਹ ਗੱਲ ਯਾਦ ਰੱਖਣੀ ਹੈ। ਇਹਨਾਂ ਨੂੰ ਆਪਾਂ 3 ਜਿਹੜੀਆਂ ਮੇਨ ਕੈਟਾਗਰੀਜ਼ ਨੇ ਉਹਦੇ 'ਚ ਵੰਡਦੇ ਹਾਂ। ਪਹਿਲੇ ਸਮਾਜਵਾਦੀ ਆਉਂਦੇ ਨੇ, ਫਿਰ ਗਾਂਧੀਵਾਦੀ ਨੇ, ਫਿਰ ਉਦਾਰਵਾਦੀ ਅਤੇ ਇੰਟਲੈਕਚੁਅਲ ਹੈ ਜਿਹੜਾ ਸਾਡੇ ਇਹ DPSP 'ਚ ਆਉਂਦੇ ਨੇ।
ਫਿਰ ਸਾਡੇ ਕੋਲੇ ਆ ਗਈ ਫੰਡਾਮੈਂਟਲ ਡਿਊਟੀਜ਼। ਇਹ ਵੀ ਆਪਾਂ ਗੱਲ ਯਾਦ ਰੱਖਣੀ ਹੈ ਕਿ ਜੇ ਅਧਿਕਾਰ ਹੋਣਗੇ ਤਾਂ ਸਾਡੀਆਂ ਡਿਊਟੀਜ਼ ਵੀ ਹੋਣਗੀਆਂ, ਸਾਡੇ ਕਰਤੱਵ ਵੀ ਹੋਣਗੇ। ਪਰੰਤੂ ਜਦੋਂ ਸਾਡਾ ਸੰਵਿਧਾਨ ਬਣਿਆ ਸੀ ਉਸ ਟਾਈਮ ਦੇ ਵਿੱਚ ਜਿਹੜੀਆਂ ਸਾਡੀਆਂ ਡਿਊਟੀਜ਼ ਨੇ ਇਹ ਅੰਕਿਤ ਨਹੀਂ ਕੀਤੀਆਂ ਗਈਆਂ ਸੀਗੀਆਂ। ਫਿਰ ਸਾਡੇ ਕੋਲੇ 42ਵੀਂ ਸੋਧ ਹੁੰਦੀ ਹੈ 1976 ਦੇ ਵਿੱਚ, ਪ੍ਰਸਤਾਵਨਾ ਦੇ ਵਿੱਚ ਕੀਤੀ ਗਈ ਇੱਕ ਸੋਧ ਹੈ ਹੁਣ ਤੱਕ ਦੀ, ਜਿਹਦੇ ਵਿੱਚ 3 ਸ਼ਬਦ ਨੇ ਜਿਹੜੇ ਉਹ ਜੋੜੇ ਗਏ ਸੀਗੇ। 1976 ਦੇ ਵਿੱਚ ਇਹ ਹੋਈ। ਸਵਰਨ ਸਿੰਘ ਕਮੇਟੀ ਨੇ ਇਹ ਗੱਲ ਰਿਕਮੈਂਡ ਕੀਤੀ ਕਿ ਜਿਹੜੀ ਸਾਡੀਆਂ ਫੰਡਾਮੈਂਟਲ ਡਿਊਟੀਜ਼ ਨੇ ਉਹ ਹੋਣੀਆਂ ਚਾਹੀਦੀਆਂ ਨੇ। ਇਹ ਪੁੱਛ ਲਿਆ ਜਾਂਦਾ ਕਿ ਕਿਹੜੀ ਕਮੇਟੀ ਸੀ? ਸਵਰਨ ਸਿੰਘ ਕਮੇਟੀ। ਤਾਂ ਜਿਹੜੀ 86ਵੀਂ ਅਮੈਂਡਮੈਂਟ ਹੋਈ 2002 ਦੇ ਵਿੱਚ, ਉਹਦੇ ਵਿੱਚ ਇੱਕ ਹੋਰ ਜਿਹੜੀ ਫੰਡਾਮੈਂਟਲ ਡਿਊਟੀ ਜੋੜ ਦਿੱਤੀ ਗਈ। 42ਵੀਂ ਰਾਹੀਂ ਸਾਡੇ 10 ਕਰਤੱਵ ਬਣ ਗਏ ਸੀਗੇ, ਪਰੰਤੂ ਜਿਹੜੀ 86ਵੀਂ ਸੋਧ ਹੋਈ ਇਹਦੇ ਵਿੱਚ ਸਾਡਾ ਜਿਹੜਾ 11ਵਾਂ ਮੌਲਿਕ ਕਰਤੱਵ ਹੈ ਇਹ ਵੀ ਜੋੜ ਦਿੱਤਾ ਗਿਆ। ਹੁਣ ਸਾਡੇ ਮੌਲਿਕ ਕਰਤੱਵਾਂ ਦੀ ਜਿਹੜੀ ਗਿਣਤੀ ਆ ਉਹ 11 ਹੈ। ਇਹ ਅਸੀਂ ਯਾਦ ਰੱਖਣਾ। 11ਵਾਂ ਕਿਹੜਾ ਉਹ ਜਿਹੜਾ ਆਪਾਂ ਪਹਿਲਾਂ ਗੱਲ ਕਰ ਚੁੱਕੇ ਹਾਂ ਕਿ ਆਰਟੀਕਲ 21A ਦੇ ਅਧੀਨ ਜਿਵੇਂ ਆਉਂਦਾ, ਤਾਂ ਇਹਦੇ ਵਿੱਚ ਵੀ ਜਿਹੜਾ ਸਿੱਖਿਆ ਦਾ ਕਰਤੱਵ ਹੈ ਉਹ ਜੋੜ ਦਿੱਤਾ ਗਿਆ। ਇਹ ਭਾਗ ਚੌਥਾ ਜਿਹੜਾ ਸਾਡਾ ਕਾਂਸਟੀਟਿਊਸ਼ਨ ਦਾ, ਉਹਦੇ ਵਿੱਚ ਜਿਹੜੇ ਸਾਡੇ ਮੌਲਿਕ ਕਰਤੱਵ ਨੇ ਉਹ ਜੋੜੇ ਗਏ ਨੇ। ਅਤੇ ਆਰਟੀਕਲ 51 ਦੇ ਵਿੱਚ ਸਾਡੇ ਜਿਹੜੇ 11 ਮੌਲਿਕ ਕਰਤੱਵ ਨੇ ਉਹ ਹੈਗੇ ਨੇ। ਆਪਾਂ ਯਾਦ ਰੱਖਣਾ ਕਿ ਜਿਹੜੇ ਸਾਡੇ ਆਰਟੀਕਲ 51 ਦੇ ਵਿੱਚ ਮੌਲਿਕ ਕਰਤੱਵ ਨੇ ਅਤੇ ਇਹਨਾਂ ਦੀ ਗਿਣਤੀ ਕਿੰਨੀ ਹੈ? 11। ਪਹਿਲਾਂ ਕਿੰਨੀ ਸੀ ਵੀ 10। ਕਿਹੜੀ ਸੋਧ ਰਾਹੀਂ ਹੋਈ ਹੈ 11ਵੀਂ? 86ਵੀਂ ਰਾਹੀਂ। ਸੋ ਦੋਸਤੋ ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਇਸ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਨਾ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰਨਾ ਅਤੇ ਜੇ ਹੋ ਸਕਦਾ ਕਿਸੇ ਦੀ ਸਹਾਇਤਾ ਹੋ ਸਕੇ ਤਾਂ ਇਸ ਨੂੰ ਸ਼ੇਅਰ ਵੀ ਜ਼ਰੂਰ ਕਰਨਾ। ਬਹੁਤ ਬਹੁਤ ਧੰਨਵਾਦ।